Good morning, +1 class. Today, chapter number 1, physical world. So, बेटा जी जदा फर्स्ट क्वेश्चन लिखे ही होए अपने को व्हाट इज़ द फिजिक्स। सो अपने को क्वेश्चन अराइज होंदा फिजिक्स है की पुत्र। सो फिजिक्स इज़ द ब्रांच ऑफ साइंस डीलिंग विद नेचर एंड नेचर फिनोमिना। बेटा जी अपने आले दुआले नेचर दियां जो भी फिनोमिने हो रहे आ, जो भी नेचर ਦੇ ਵਿੱਚ ਹੋ ਰਿਹਾ ਉਹਨੂੰ ਸਾਰੇ ਨੂੰ ਆਪਾਂ ਸਮਝਣਾ ਚਾਹੁੰਦੇ ਆ। ਕਿੱਦਾਂ ਧਰਤੀ ਦੇ ਉੱਤੇ ਦਿਨ ਚੜ ਰਿਹਾ, ਕਿੱਦਾਂ ਰਾਤ ਪੈ ਰਹੀ ਹੈ, ਕਿੱਦਾਂ ਆਪਾਂ ਕਹੀਏ ਕਿ ਸੂਰਜ ਜਿਹੜੇ ਨੇ ਉਹ ਆਪਾਂ ਨੂੰ ਲਾਈਟ ਭੇਜ ਰਿਹਾ ਹੈ, ਸਟਾਰ ਜਿਹੜੇ ਨੇ ਉਹ ਚਮਕਦੇ ਨੇ, ਉਹ ਆਪਾਂ ਨੂੰ ਨਜ਼ਰ ਆਉਂਦੇ ਨੇ, ਪਲੈਨਟਸ ਜਿਹੜੇ ਨੇ ਉਹ ਵੀ ਬਾਹਰੋਂ ਵੇਖੀਏ ਤਾਂ ਚਮਕਦੇ ਨੇ ਬਟ ਧਰਤੀ ਤੋਂ ਆਪਾਂ ਨੂੰ ਚਮਕਦੇ ਨਜ਼ਰ ਨਹੀਂ ਆਉਂਦੇ। ਇਹ ਸਾਰੀ ਚੀਜ਼ਾਂ ਨੂੰ ਆਪਾਂ ਸਮਝਣਾ ਚਾਹੁੰਦੇ ਹਾਂ। ਇਹਨੂੰ ਸਮਝਣ ਵਾਸਤੇ ਇੱਕ ਬ੍ਰਾਂਚ ਹੈ ਸਾਇੰਸ ਦੀ, ਉਸ ਬ੍ਰਾਂਚ ਨੂੰ ਆਪਾਂ ਕੀ ਨਾਮ ਦਿੱਤਾ ਹੈ? ਫਿਜ਼ਿਕਸ ਕਿਹਾ ਪੁੱਤਰ। ਦੇਖੋ ਜਦੋਂ ਬੇਟਾ ਜੀ ਆਪਾਂ 400 ਸਾਲ ਪਹਿਲਾਂ ਦੀ ਗੱਲ ਕਰੀਏ, ਲੋਕ ਇਹ ਬਲੀਵ ਕਰਦੇ ਸੀ ਕਿ ਧਰਤੀ ਸਟੇਸ਼ਨਰੀ ਹੈ, ਧਰਤੀ ਖੜੀ ਹੋਈ ਹੈ, ਧਰਤੀ ਮੂਵੇਬਲ ਨਹੀਂ ਹੈਗੀ। ਅਤੇ ਉਸ ਤੋਂ ਬਾਅਦ ਇਹ ਵੀ ਗੱਲ ਆਈ ਕਿ ਜਿਹੜਾ ਧਰਤੀ ਯੂਨੀਵਰਸ ਦਾ ਜਿਹੜਾ ਸੈਂਟਰ ਹੈ ਉਹ ਧਰਤੀ ਹੀ ਯੂਨੀਵਰਸ ਦਾ ਸੈਂਟਰ ਹੈ। ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਅਰਥ ਹੈ ਆਪਣੀ, ਅਰਥ ਆਪਣੀ ਉਹ ਸੈਂਟਰ 'ਤੇ ਆ ਅਤੇ ਉਹਦੇ ਆਲੇ ਦੁਆਲੇ ਬਾਕੀ ਜਿਹੜੇ ਸਾਰੇ ਪਲੈਨਟਸ ਨੇ ਉਹ ਰਿਵੋਲਵ ਕਰਦੇ ਆ। ਕੁਝ ਇੱਦਾਂ ਕਿ ਅਰਥ ਨੂੰ ਆਪਾਂ ਸੈਂਟਰ ਮੰਨ ਲਿਆ ਕਿ ਅਰਥ ਆਪਣਾ ਸੈਂਟਰ ਹੈ, ਬਾਕੀ ਆਲੇ ਦੁਆਲੇ ਦੇ ਮੂਵ ਕਰਦੇ ਆ। ਇਹਦੇ ਵਿੱਚ ਆਪਾਂ ਇਹ ਵੀ ਮੰਨਿਆ ਸੀਗਾ ਸਨ ਵੀ ਰਿਵੋਲਵ ਕਰ ਰਿਹਾ ਅਤੇ ਕਿਤੇ ਨਾ ਕਿਤੇ ਮੂਨ ਵੀ ਰਿਵੋਲਵ ਕਰ ਰਹੇ ਇਹਦੇ ਆਲੇ ਦੁਆਲੇ, ਬਾਕੀ ਪਲੈਨਟ ਵੀ ਰਿਵੋਲਵ ਕਰ ਰਹੇ ਅਤੇ ਅਰਥ ਨੂੰ ਸੈਂਟਰ ਮੰਨਿਆ ਗਿਆ ਸੀਗਾ। ਇਹ ਚੀਜ਼ ਬੇਟਾ ਇਸ ਤੋਂ ਪਹਿਲਾਂ ਮੰਨੀ ਗਈ ਸੀਗੀ। ਉਸ ਤੋਂ ਬਾਅਦ ਬੇਟਾ ਜੀ ਆਪਾਂ ਸਮਝਣਾ ਚਾਹੁੰਦੇ ਸੀਗੇ ਕਿ ਆਖਿਰ ਸੋਲਰ ਸਿਸਟਮ ਹੈਗਾ ਕਿਵੇਂ ਦਾ ਹੈ, ਕਿ ਉਹਦੇ ਵਿੱਚ ਹੋ ਕੀ ਰਿਹਾ। ਉਸ ਸਮੇਂ ਆਪਾਂ ਨੂੰ ਕੋਈ ਵੀ ਐਟਮ ਜਾਂ ਮੋਲੀਕਿਊਲਸ ਬਾਰੇ ਨੌਲੇਜ ਨਹੀਂ ਸੀਗੀ। ਉਸ ਸਮੇਂ ਬੇਟਾ ਜੀ ਨਿਕਲਸ ਕੋਪਰਨਿਕਸ ਥਿਊਰੀ ਆਈ ਸੋਲਰ ਦੇ ਵਿੱਚ, ਸੋਲਰ ਸਿਸਟਮ ਦੇ ਵਿੱਚ। ਇਹ ਜਿਹੜੀ ਥਿਊਰੀ ਸੀਗੀ ਬੇਟਾ ਜੀ, ਇਹ ਥਿਊਰੀ ਬਹੁਤ ਇੰਪੋਰਟੈਂਟ ਸੀਗੀ। ਇਸ ਥਿਊਰੀ ਦੇ ਵਿੱਚ ਕੀ ਲਿਖਿਆ ਗਿਆ? ਇਸ ਥਿਊਰੀ ਦੇ ਵਿੱਚ ਲਿਖਿਆ ਗਿਆ ਦ ਥਿਊਰੀ ਆਫ ਦ ਸੋਲਰ ਸਿਸਟਮ ਇਨ ਵਿਚ ਦ ਸਨ ਆਕੂਪਾਈਜ਼ ਅ ਸੈਂਟਰਲ ਪੋਜੀਸ਼ਨ। ਇਹਨੇ ਕਿਹਾ ਸੀ ਪੁੱਤਰ ਜੀ ਕਿ ਜਿਹੜਾ ਸਨ ਨੇ ਉਹਨੂੰ ਸੈਂਟਰਲ ਪੋਜੀਸ਼ਨ 'ਤੇ ਆ, ਸੂਰਜ ਹੀ ਸੈਂਟਰਲ ਪੋਜੀਸ਼ਨ 'ਤੇ ਆ। ਜਿਹੜੀ ਸੋਲਰ ਦੀ ਆਪਾਂ ਅੱਜ ਕੱਲ੍ਹ ਸੋਲਰ ਸਿਸਟਮ ਨੂੰ ਪੜ੍ਹਦੇ ਹਾਂ, ਆਪਾਂ ਸਮਝਦੇ ਹਾਂ, ਇਹ ਥਿਊਰੀ ਸਭ ਤੋਂ ਪਹਿਲਾਂ ਬੇਟਾ ਜੀ ਕੋਪਰਨਿਕਸ ਨੇ ਥਿਊਰੀ ਦਿੱਤੀ ਸੀਗੀ ਕਿ ਜਿਹੜਾ ਆਪਣਾ ਸੂਰਜ ਹੈ ਉਹ ਸੈਂਟਰ 'ਤੇ ਆ। ਬਟ ਜਦੋਂ ਵੀ ਕੋਈ ਥਿਊਰੀ ਦਿੰਦਾ ਬੇਟਾ ਜੀ, ਉਸ ਥਿਊਰੀ ਨੂੰ ਬਹੁਤ ਸਾਰੇ ਓਬਜੈਕਸ਼ਨ ਲੱਗਦੇ ਆ, ਉਸ ਦੇ ਅਗੇਂਸਟ ਵੀ ਬਹੁਤ ਸਾਰੇ ਓਬਜੈਕਸ਼ਨ ਲੱਗੇ ਸੀਗੇ, ਕਿਉਂਕਿ ਟੈਕਨੀਕਲੀ ਜੇ ਆਪਾਂ ਆਖੀਏ ਜਿਹੜੀ ਉਸ ਸਮੇਂ ਦੀ ਸਾਇੰਸ ਸੀਗੀ ਉਹਦਾ ਆਪਣੇ ਕੋਲ ਕੋਈ ਵੀ ਥਿਊਰੀ ਸੀਗੀ ਬਟ ਐਕਸਪੈਰੀਮੈਂਟਲ ਐਵੀਡੈਂਸ ਕੋਈ ਵੀ ਨਹੀਂ ਸੀਗਾ। ਐਕਸਪੈਰੀਮੈਂਟਲ ਐਵੀਡੈਂਸ ਤੋਂ ਬਗੈਰ ਜਲਦੀ ਕੋਈ ਮੰਨਦਾ ਨਹੀਂ ਹੁੰਦਾ ਕਿ ਇਹ ਥਿਊਰੀ ਐਗਜ਼ਿਸਟ ਕਰਦੀ ਹੈ ਜਾਂ ਨਹੀਂ ਕਰਦੀ। ਸੋ ਹਮੇਸ਼ਾ ਹੀ ਆਪਣੇ ਵਿੱਚ ਇਹ ਇੱਛਾ ਰਹਿੰਦੀ ਸੀ ਕਿ ਆਪਾਂ ਉਸ ਨੇਚਰ ਨੂੰ ਸਮਝੀਏ ਅਤੇ ਆਪਣੇ ਆਲੇ ਦੁਆਲੇ ਕੀ ਹੈ, ਕਿਵੇਂ ਲਾਈਟ ਆ ਰਹੀ ਹੈ, ਕਿਵੇਂ ਆਪਣੀ ਅੱਖਾਂ 'ਤੇ ਪੈ ਰਹੀ ਹੈ, ਕੀ ਕੁਛ ਹੋ ਰਿਹਾ ਹੈ, ਰੇਨਬੋ ਕਿਵੇਂ ਬਣਦਾ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਝਣਾ ਚਾਹੁੰਦੇ ਸੀ। ਇਸ ਕਰਕੇ ਸਾਇੰਟਿਸਟ ਇਸ ਵੱਲ ਤੁਰ ਪਏ ਅਤੇ ਸਾਇੰਟੀਫਿਕ ਅਪਰੋਚ ਹੋ ਗਈ, ਜਿਸ ਨੂੰ ਆਪਾਂ ਫਿਜ਼ਿਕਸ ਦੀ ਬ੍ਰਾਂਚ ਕਹਿ ਦਿੱਤਾ। ਹਾਂਜੀ ਬੇਟਾ ਜੀ ਅੱਗੇ ਕੀ ਹੈ? ਕਹਿੰਦਾ ਸਾਇੰਟੀਫਿਕ ਥਿਊਰੀਜ਼ ਸੈਟ ਅਪ that help to explain a natural phenomena or the behavior of a nature system on the basis of established law of nature। ਹੁਣ ਬੇਟਾ ਇਹ ਸਾਇੰਟੀਫਿਕ ਥਿਊਰੀ ਦੇਣਾ ਸਟਾਰਟ ਕਰਤੀ, ਜਿਹਦੇ ਵਿੱਚ ਇਹ ਐਕਸਪਲੇਨ ਕੀਤਾ ਜਾਵੇ ਕਿ ਨੇਚਰ ਦੇ ਫਿਨੋਮੀਨੇ ਕਿਵੇਂ ਹੋ ਰਹੇ ਨੇ, ਯਾਨੀ ਕਿ ਬਿਹੇਵੀਅਰ ਆਫ ਦਾ ਨੇਚਰ ਸਿਸਟਮ ਕਿਵੇਂ ਦਾ ਹੈ ਔਨ ਦਾ ਬੇਸਿਸ ਆਫ ਲਾਅ ਆਫ ਨੇਚਰ। ਨੇਚਰ ਦੇ ਲਾਹ ਦੇ ਬੇਸ ਦੇ ਉੱਤੇ ਹੀ ਬੇਟਾ ਜੀ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਹੁਣ ਬੇਟਾ ਜੀ ਆਪਾਂ ਨੂੰ ਪਤਾ ਹੈ ਕਿ ਸਟੈਂਡਿੰਗ ਆਫ ਦਾ ਸ਼ੋਲਡਰ ਆਫ ਦਾ ਫਿਜ਼ੀਕਲ ਸਾਇੰਸ, ਫਿਜ਼ੀਕਲ ਸਾਇੰਸ ਮਤਲਬ ਫਿਜ਼ਿਕਸ ਦੀ ਗੱਲ ਹੋ ਰਹੀ ਹੈ। ਫਿਜ਼ੀਕਲ ਸਾਇੰਸ ਦੇ ਉੱਤੇ ਹੀ ਬੇਟਾ ਜੀ ਇਹਨਾਂ ਦੇ ਕੰਧਿਆਂ ਦੇ ਉੱਤੇ ਸਾਰਾ ਭਾਰ ਸੀਗਾ, ਕਿਉਂਕਿ ਜੇ ਨੇਚਰ ਨੂੰ ਸਮਝ ਲਗੇ ਅਤੇ ਉਸ ਤੋਂ ਬਾਅਦ ਹੀ ਨੇਚਰ ਦੇ ਵਿੱਚ ਆਪਾਂ ਅੰਡਰਸਟੈਂਡ ਕਰਕੇ ਕੋਈ ਨਵੀਂ ਰਿਸਰਚ ਕਰ ਸਕਦੇ ਸੀਗੇ ਅਤੇ ਮੈਡੀਕਲ ਸਾਇੰਸ ਦੇ ਵਿੱਚ, ਬਾਇਓ ਦੇ ਵਿੱਚ ਕੋਈ ਨਵਾਂ ਪਾਵਰਫੁਲ ਟੂਲ ਬਣਾ ਸਕਦੇ ਸੀਗੇ। ਜਿਵੇਂ ਜਿਵੇਂ ਆਪਣਾ ਸਾਇੰਸ ਇਨਕਰੀਜ਼ ਹੋਈ, ਆਪਣਾ ਜਿਹੜਾ ਮੈਥਮੈਟਿਕਸ ਸੀਗਾ ਉਹ ਵੀ ਮੈਚਿਓਰ ਹੋਣਾ ਸਟਾਰਟ ਹੋ ਗਿਆ, ਕਿਉਂਕਿ ਆਪਾਂ ਨਵੇਂ ਟੂਲਸ ਜਿਹੜੇ ਸੀਗੇ ਉਹਨਾਂ ਨੂੰ ਬਣਾਉਣਾ ਸਟਾਰਟ ਕਰ ਦਿੱਤਾ ਸੀਗਾ। ਅੱਜ ਕੱਲ੍ਹ ਆਪਣੇ ਕੋਲ ਬਹੁਤ ਸਾਰੇ ਟੂਲਸ ਨੇ, ਟੂਲਸ ਦੀ ਗੱਲ ਕਰ ਰਹੇ ਹਾਂ ਜਾਂ ਟੂਲਸ ਦੀ ਆਪਾਂ ਗੱਲ ਕਰੀਏ, ਜਿਵੇਂ ਆਪਣੇ ਕੋਲ ਮਾਈਕਰੋਸਕੋਪ ਹੈ, ਟੈਲੀਸਕੋਪ ਹੈ, ਇਹਨਾਂ ਚੀਜ਼ਾਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਕਰਕੇ ਆਪਾਂ ਬੇਟਾ ਜੀ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਛੋਟੀ ਚੀਜ਼ ਨੂੰ ਦੇਖ ਸਕਦੇ ਹਾਂ, ਦੂਰ ਦੀ ਚੀਜ਼ ਨੂੰ ਦੇਖ ਸਕਦੇ ਹਾਂ। ਅੱਜ ਕੱਲ੍ਹ ਆਪਣੇ ਕੋਲ FESM ਆ ਗਿਆ, SEM ਆ ਗਿਆ, ਇਹ ਸਾਰੀਆਂ ਸਕੈਨਿੰਗ ਮਾਈਕਰੋਸਕੋਪਿੰਗ ਆ ਗਈਆਂ, ਜਿਨ੍ਹਾਂ ਦੇ ਰਾਹੀਂ ਆਪਾਂ ਛੋਟੀ ਤੋਂ ਛੋਟੀ ਚੀਜ਼ ਨੂੰ ਅੰਡਰਸਟੈਂਡ ਕਰ ਸਕਦੇ ਹਾਂ। ਆਪਾਂ ਐਟਮ ਦੇ ਵਿੱਚ ਵੀ
ਉਹਦੇ ਸਬ ਪਾਰਟੀਕਲਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਬੇਟਾ ਜੀ ਆਪਾਂ ਬ੍ਰਾਂਚ ਆਫ ਸਾਇੰਸ ਦੀ ਗੱਲ ਕਰੀਏ, ਫਿਜ਼ਿਕਸ ਦੀ ਬ੍ਰਾਂਚ ਦੀ ਗੱਲ ਕਰੀਏ, ਮੇਨਲੀ ਆਪਣੇ ਕੋਲ 5 ਬ੍ਰਾਂਚਿਸ ਨਜ਼ਰ ਆ ਰਹੀਆਂ ਹੈ। ਫਸਟ ਬੇਟਾ ਜੀ ਆਪਣੇ ਕੋਲ ਮਕੈਨਿਕਸ ਹੈ, ਇਹਨੂੰ ਨਿਊਟਨ ਮਕੈਨਿਕਸ ਵੀ ਕਹਿੰਦੇ ਆ। ਇਹਦੇ ਵਿੱਚ ਬੇਟਾ ਜੀ ਆਪਾਂ ਥਿਊਰੀ ਆਫ ਮੋਸ਼ਨ ਆਫ ਏ ਮਟੀਰੀਅਲ ਆਬਜੈਕਟ ਐਟ ਲੋ ਸਪੀਡ, ਯਾਨੀ ਕਿ ਉਹਨਾਂ ਆਬਜੈਕਟ ਦੀ ਗੱਲ ਕਰਨੀ ਹੈ ਜਿਹੜੇ ਮੂਵ ਕਰਦੇ ਨੇ ਬਟ ਸਪੀਡ ਉਹਨਾਂ ਦੀ ਲੋ ਹੈ। ਥਰਮੋਡਾਇਨਿਕਸ ਦੀ ਗੱਲ ਕਰੀਏ, ਥਰਮੋਡਾਇਨਿਕਸ ਦਾ ਨਾਮ ਹੀ ਕੀ ਦੱਸਦਾ, ਥਰਮੋ ਮੀਨ ਹੀਟ, ਡਾਇਨਿਕਸ ਮਤਲਬ ਵੇਰੀਏਬਲਸ, ਯਾਨੀ ਕਿ ਥਰਮੋਡਾਇਨਿਕਸ ਦੇ ਵਿੱਚ ਆਪਾਂ ਗੱਲ ਕਰਾਂਗੇ ਬੇਟਾ ਜੀ ਕਿ ਇਹਦੇ ਵਿੱਚ ਥਿਊਰੀ ਆਫ ਹੀਟ, ਟੈਂਪਰੇਚਰ ਅਤੇ ਸਿਸਟਮ ਕਿਵੇਂ ਦਾ ਬਿਹੇਵੀਅਰ ਕਰਦਾ, ਪਾਰਟੀਕਲ ਕਿਵੇਂ ਦਾ ਬਿਹੇਵੀਅਰ ਕਰਦਾ ਜਦੋਂ ਦਾ ਟੈਂਪਰੇਚਰ ਇਨਕਰੀਜ਼ ਹੁੰਦਾ ਜਾਂ ਡਿਕਰੀਜ਼ ਹੁੰਦਾ। ਥਰਡ ਬ੍ਰਾਂਚ ਜਿਹੜੀ ਹੈਗੀ ਹੈ ਉਹ ਬੇਟਾ ਆਪਣੇ ਕੋਲ ਇਲੈਕਟ੍ਰੋਮੈਗਨੈਟਿਜ਼ਮ ਹੈਗੀ ਹੈ। ਇਲੈਕਟ੍ਰੋਮੈਗਨੈਟਿਜ਼ਮ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ ਥਿਊਰੀ ਆਫ ਇਲੈਕਟ੍ਰੀਸਿਟੀ, ਮੈਗਨੈਟਿਜ਼ਮ ਦੀ ਗੱਲ ਕਰਦੇ ਹਾਂ ਆਪਾਂ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੀ ਗੱਲ ਕਰਦੇ ਹਾਂ, ਰੇਡੀਏਸ਼ਨਸ ਕਿਵੇਂ ਆਪਣੇ ਤੱਕ ਪਹੁੰਚਦੀਆਂ ਨੇ, ਰੇਡੀਏਸ਼ਨ ਕਿਵੇਂ ਮੂਵ ਕਰਦੀਆਂ ਨੇ। ਇਹਦੇ ਵਿੱਚ ਆਪਾਂ ਲਾਈਟ ਬਾਰੇ ਪੜ੍ਹਾਂਗੇ ਕਿ ਲਾਈਟ ਦਾ ਡਿਊਲ ਨੇਚਰ ਕਿਵੇਂ ਹੁੰਦਾ। ਉਸ ਤੋਂ ਬਾਅਦ ਬੇਟਾ ਜੀ ਆਪਣੇ ਕੋਲ ਹੈਗੀ ਰਿਲੇਟਿਵਿਟੀ, ਇਹ ਥਿਊਰੀ ਆਫ ਇਨਵੇਰੀਐਂਸ ਇਨ ਨੇਚਰ। ਇਹਦੇ ਵਿੱਚ ਬੇਟਾ ਜੀ ਆਪਾਂ ਹਾਈ ਸਪੀਡ ਮੂਵਿੰਗ ਪਾਰਟੀਕਲਸ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਕੁਆਂਟਮ ਮਕੈਨਿਕਸ। ਕੁਆਂਟਮ ਮਕੈਨਿਕਸ ਬਹੁਤ ਇੰਪੋਰਟੈਂਟ ਬ੍ਰਾਂਚ ਹੈ ਪੁੱਤਰ ਫਿਜ਼ਿਕਸ ਦੀ। ਇਹਦੇ ਵਿੱਚ ਬਿਹੇਵੀਅਰ ਆਫ ਸਭ ਮਾਈਕਰੋਸਕੋਪਿਕ ਪਾਰਟੀਕਲ ਦੀ ਗੱਲ ਕਰਦੇ ਹਾਂ ਆਪਾਂ, ਜਿਹੜੇ ਛੋਟੇ ਛੋਟੇ ਪਾਰਟੀਕਲਸ ਜਿਵੇਂ ਆਪਣੇ ਕੋਲ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨਸ ਦੀ ਗੱਲ ਕਰਦੇ ਹਾਂ, ਜਿਹੜੇ ਆਪਣੇ ਕੋਲ ਸਬ ਐਟੋਮਿਕ ਪਾਰਟੀਕਲਸ ਆ ਜਾਂਦੇ ਆ, ਉਹਨਾਂ ਬਾਰੇ ਆਪਾਂ ਇਹਦੇ ਵਿੱਚ ਸਟੱਡੀ ਕਰਦੇ ਹਾਂ ਅਤੇ ਉਹਨਾਂ ਦਾ ਬਿਹੇਵੀਅਰ ਨੇਚਰ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਨਿਊਟਨ ਮਕੈਨਿਕਸ, ਉਹਨੂੰ ਆਪਾਂ ਕਲਾਸੀਕਲ ਮਕੈਨਿਕਸ ਵੀ ਕਹਿੰਦੇ ਹਾਂ। ਕਲਾਸੀਕਲ ਬ੍ਰਾਂਚ, ਇਹ ਕਲਾਸੀਕਲ ਬ੍ਰਾਂਚ ਹੈ। ਦੂਸਰੀ ਆਪਣੇ ਕੋਲ ਕੁਆਂਟਮ ਬ੍ਰਾਂਚ ਹੈ। ਇਹਨਾਂ ਦੋਨਾਂ ਦਾ ਬਿਹੇਵੀਅਰ ਕੀ ਹੁੰਦਾ ਕਿ ਸਮ ਟਾਈਮ ਜਿਵੇਂ ਕੁਝ ਫਿਨੋਮੀਨੇ ਇਹੋ ਜਿਹੇ ਸੀਗੇ, ਨੇਚਰ ਦੇ ਫਿਨੋਮੀਨੇ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਕਲਾਸੀਕਲ ਬ੍ਰਾਂਚ ਜਿਹੜੀ ਹੈ ਉਹ ਐਕਸਪਲੇਨ ਨਹੀਂ ਕਰ ਪਾਈ ਸੀਗੀ, ਜਿਵੇਂ ਬਲੈਕ ਬੋਡੀ ਰੇਡੀਏਸ਼ਨਸ, ਇਹ ਆਪਾਂ ਪੜ੍ਹਾਂਗੇ ਅੱਗੇ। ਬਲੈਕ ਬੋਡੀ ਰੇਡੀਏਸ਼ਨਸ ਹੋ ਗਿਆ। ਇਹ 2-3 ਫਿਨੋਮੀਨੇ ਹੋਰ ਸੀਗੇ ਜਿਨ੍ਹਾਂ ਨੂੰ ਬੇਟਾ ਜੀ ਜਿਹੜੀ ਕਲਾਸੀਕਲ ਮਕੈਨਿਕਸ ਦੇ ਵਿੱਚ ਆਪਾਂ ਨਹੀਂ ਐਕਸਪਲੇਨ ਕਰ ਪਾਏ। ਇਸ ਲਈ ਆਪਾਂ ਬੇਟਾ ਪਹਿਲਾਂ ਕੀ ਸੋਚਿਆ ਗਿਆ ਸੀ, ਸਭ ਤੋਂ ਪਹਿਲਾਂ ਨਿਊਟਨ ਮਕੈਨਿਕਸ ਆਈ ਅਤੇ ਇਹ ਸੋਚ ਲਿਆ ਗਿਆ ਕਿ ਸਾਰੀਆਂ ਚੀਜ਼ਾਂ ਨੂੰ ਆਪਾਂ ਐਕਸਪਲੇਨ ਕਰ ਦਿਆਂਗੇ ਔਨ ਦਾ ਬੇਸਿਸ ਆਫ ਨਿਊਟਨ ਮਕੈਨਿਕਸ, ਯਾਨੀ ਕਿ ਕਲਾਸੀਕਲ ਮਕੈਨਿਕਸ ਦੇ ਬੇਸ ਦੇ ਉੱਤੇ ਆਪਾਂ ਸਭ ਕੁਝ ਅੰਡਰਸਟੈਂਡ ਕਰ ਲਾਂਗੇ ਨੇਚਰ ਬਾਰੇ। ਪਰ ਬਾਅਦ 'ਚ ਦੇਖਿਆ ਗਿਆ ਕਿ ਕੁਝ ਇਹੋ ਜਿਹੇ ਫਿਨੋਮੀਨੇ ਵੀ ਸੀਗੇ ਕਿ ਜਿਨ੍ਹਾਂ ਨੂੰ ਆਪਾਂ ਕਲਾਸੀਕਲ ਮਕੈਨਿਕਸ ਦੇ ਬੇਸ ਦੇ ਉੱਤੇ ਐਕਸਪਲੇਨ ਨਹੀਂ ਕਰ ਪਾ ਰਹੇ। ਇਸ ਕਰਕੇ ਆਪਾਂ ਉਸ ਸਮੇਂ ਸੋਚਿਆ ਕਿ ਕੁਝ ਹੋਰ ਵੀ ਹੈ ਜਿਹੜਾ ਆਪਣੇ ਕੋਲ ਨੇਚਰ ਬਾਰੇ ਜਿਹਨੂੰ ਆਪਾਂ ਨਹੀਂ ਸਮਝ ਪਾ ਰਹੇ। ਉਸ ਸਮੇਂ ਇੱਕ ਬ੍ਰਾਂਚ ਆਈ, ਡੈਟ ਬ੍ਰਾਂਚ ਇਜ਼ ਦੇ ਕੁਆਂਟਮ ਮਕੈਨਿਕਸ। ਕੁਆਂਟਮ ਮਕੈਨਿਕਸ ਦੇ ਵਿੱਚ ਫਿਰ ਬੇਟਾ ਜੀ ਉਹਨਾਂ ਫਿਨੋਮੀਨਾ ਦੀ ਗੱਲ ਕੀਤੀ ਗਈ ਜਿਹਦੇ ਵਿੱਚ ਆਪਾਂ ਡਿਊਲ ਨੇਚਰ ਆਫ ਲਾਈਟ ਦੀ ਵੀ ਗੱਲ ਕਰ ਲੈਂਦੇ ਹਾਂ। ਰਿਲੇਟਿਵਿਟੀ ਦੀ ਗੱਲ ਕਰੀਏ, ਇਹਦੇ ਵਿੱਚ ਬੇਟਾ ਇਹ ਰਿਲੇਟਿਵਿਟੀ ਜਿਹੜੀ ਬ੍ਰਾਂਚ ਆਫ ਸਾਇੰਸ ਹੈ, ਫਿਜ਼ਿਕਸ ਹੈ, ਇਹਦੇ ਵਿੱਚ ਹਾਈ ਸਪੀਡ ਦੀ ਗੱਲ ਕੀਤੀ ਗਈ ਹੈ। ਕੁਝ ਇਹਦੇ ਵਿੱਚ ਹੈਗਾ ਟਾਈਮ ਡਿਊਲੇਸ਼ਨ ਵਗੈਰਾ ਆ ਜਾਂਦਾ, ਜਿਹੜਾ ਨਿਊਟਨ ਨੇ, ਆਇਨਸਟਾਈਨ ਨੇ ਸੌਰੀ ਐਕਸਪਲੇਨ ਕੀਤਾ ਸੀਗਾ ਕਿ ਜਿਹੜਾ ਟਾਈਮ ਉਹ ਡਿਲੇ ਕਰਨਾ ਸਟਾਰਟ ਹੋ ਜਾਂਦਾ। ਟਾਈਮ ਡਿਲੇ ਕਿਵੇਂ ਕਰਨਾ ਸਟਾਰਟ ਹੋ ਜਾਂਦਾ ਬਟ ਇਹ ਸਮ ਟਾਈਮ ਕੀ ਹੈ, ਉਹਨੇ ਇੱਕ ਐਗਜ਼ਾਮਪਲ ਲਈ ਸੀਗੀ ਕਿ ਜੇ ਆਪਾਂ ਇੱਕ ਪਰਸਨ, 2 ਫਰੈਂਡ ਹੋਣ, ਇੱਕ ਧਰਤੀ 'ਤੇ ਆ, ਇੱਕ ਨੂੰ ਹਾਈ ਸਪੀਡ ਆਪਾਂ ਕਿਸੇ ਆਪਰੇਟਸ ਦੇ ਵਿੱਚ ਪਾ ਕੇ ਉਹਨੂੰ ਯੂਨੀਵਰਸਿਟੀ ਦਾ ਚੱਕਰ ਲਾਉਣ ਵਾਸਤੇ ਭੇਜ ਦਿੱਤਾ ਜਾਵੇ। ਉਹ ਹਾਈ ਸਪੀਡ ਆਪਰੇਟਸ ਵਿੱਚ ਜੇ ਉਹ 2 ਸਾਲ ਲਾ ਕੇ ਆਉਂਦਾ ਅਤੇ ਉਹ ਜਦੋਂ ਉੱਥੋਂ ਵਾਪਸ ਆਏਗਾ ਅਤੇ ਉੱਥੇ ਜਦੋਂ ਹਾਈ ਸਪੀਡ 'ਤੇ ਜਦੋਂ ਬੋਡੀ ਚੱਲਦੀ ਹੈ ਅਤੇ ਟਾਈਮ ਡਿਲੇ ਕਰਨਾ ਸਟਾਰਟ ਕਰ ਦਿੰਦਾ, ਟਾਈਮ ਪਿੱਛੇ ਇਹਨਾਂ ਨਾਲ ਸਟਾਰਟ ਹੋ ਜਾਂਦਾ। ਉਹ ਉੱਥੇ 2 ਸਾਲ ਲਾ ਕੇ ਆਉਂਦਾ ਅਤੇ ਜਦੋਂ ਧਰਤੀ 'ਤੇ ਵਾਪਸ ਆਉਂਦਾ ਤਾਂ ਨੀਅਰ ਅਬਾਊਟ 10 ਸਾਲ ਉਹਨੂੰ ਗਏ ਨੂੰ ਹੋ ਜਾਂਦੇ ਆ। ਸੋ ਇਹੋ ਜਿਹੀ ਕੁਝ ਥਿਊਰੀਆਂ ਹੈਗੀਆਂ ਨੇ। ਇਸੇ ਤਰ੍ਹਾਂ ਥਰਮੋਡਾਇਨਿਕਸ ਦੇ ਵਿੱਚ ਪਾਰਟੀਕਲ ਦਾ ਕਿਹੋ ਜਿਹਾ ਨੇਚਰ ਰਹੇਗਾ, ਬਿਹੇਵੀਅਰ ਕਿਹੋ ਜਿਹਾ ਰਹੇਗਾ। ਜਿਵੇਂ ਆਪਾਂ ਗੱਲ ਕਰੀਏ ਆਪਣੇ ਘਰਾਂ ਦੇ ਵਿੱਚ ਮੋਸਟਲੀ ਆਪਾਂ ਗੱਲ ਕਰ ਲੈਂਦੇ ਹਾਂ AC ਹੈ, ਫ੍ਰਿਜ ਹੈ, ਇਹਨਾਂ ਦੀ ਵਰਕਿੰਗ ਬਾਰੇ ਥਰਮੋਡਾਇਨਿਕਸ ਦੇ ਵਿੱਚ ਆਪਾਂ ਅੰਡਰਸਟੈਂਡ ਕਰਾਂਗੇ ਕਿ ਕਿਵੇਂ ਇਹਨਾਂ ਦੀ ਵਰਕਿੰਗ ਹੁੰਦੀ ਹੈ। ਇਲੈਕਟ੍ਰੋਮੈਗਨੈਟਿਜ਼ਮ ਦੀ ਗੱਲ ਕਰ ਚੁੱਕੇ ਹਾਂ ਕਿ ਇਲੈਕਟ੍ਰੀਸਿਟੀ ਬਾਰੇ ਆਪਾਂ ਬਹੁਤ ਕੁਝ ਪੜ੍ਹਾਂਗੇ। ਇਹ ਮੋਸਟਲੀ ਆਪਣੇ ਕੋਲ +2 ਦਾ ਟੌਪਿਕ ਹੈ। ਮੈਗਨੈਟਿਜ਼ਮ ਵੀ ਉਹਦੇ ਵਿੱਚ ਆ ਜਾਂਦਾ ਪੁੱਤਰ ਜੀ। ਸੋ ਨੈਕਸਟ ਬੜਾ ਚੈਪਟਰ ਵਿੱਚ ਮੋਸਟਲੀ ਥਿਊਰੀ ਹੈ ਅਤੇ ਕੋਸ਼ਿਸ਼ ਕਰਾਂਗੇ ਜਿਹੜੀ ਥਿਊਰੀ ਹੈ ਉਹ ਆਪਾਂ ਜਦੋਂ ਮਿਲੀਏ ਉਦੋਂ ਕਰ ਲਈਏ। ਮੈਂ ਅਗਲਾ ਚੈਪਟਰ ਸਟਾਰਟ ਕਰਾਂਗਾ। ਥੈਂਕ ਯੂ ਸੋ ਮਚ।